ਬਾਰ ਦੇ ਵਿੱਚ ਵੀ ਇਸ ਸਮੇਂ ਗੁੱਸਾ ਹੈ। ਵੱਡੀ ਖਬਰ ਇਸ ਸਮੇਂ ਦੀ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਸੁਧੀਰ ਸੂਰੀ ਦੇ ਬੇਟੇ ਦਾ ਬਿਆਨ ਸਾਹਮਣੇ ਆਇਆ ਹੈ। ਜੀ ਹਾਂ, ਸੁਧੀਰ ਸੂਰੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਅੰਮ੍ਰਿਤਸਰ ਦੇ ਵਿੱਚ ਦੁਪਹਿਰ ਦੇ ਸਮੇਂ, ਤਾਂ ਉਹਨਾਂ ਦੇ ਬੇਟੇ ਦਾ ਬਿਆਨ ਇਸ ਸਮੇਂ ਸਾਹਮਣੇ ਆਇਆ ਹੈ ਤੇ ਬੇਟੇ ਨੇ ਮੰਗ ਕੀਤੀ ਹੈ। ਪਰਿਵਾਰ ਮੰਗ ਕਰ ਰਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ ਸੁਧੀਰ ਸੂਰੀ ਦੇ ਬੇਟੇ ਦੇ ਵੱਲੋਂ। ਕਹਿ ਰਹੇ ਨੇ ਕਿ ਮੇਰੇ ਪਿਤਾ ਨੂੰ ਸ਼ਹੀਦ ਦਾ ਦਰਜਾ ਮਿਲੇ ਤੇ ਜੇਕਰ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਇਹ ਉਹਨਾਂ ਦੇ ਬੇਟੇ ਦਾ ਜ਼ਿਕਰ ਹੈ, ਉਹਨਾਂ ਦੇ ਬੇਟੇ ਦਾ ਬਿਆਨ ਹੈ। ਉਹ ਕਹਿ ਰਹੇ ਨੇ ਜੇਕਰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਾਂ ਫਿਰ ਸੰਸਕਾਰ ਪਿਤਾ ਦਾ ਉਹ ਨਹੀਂ ਕਰਨਗੇ। ਪਿਤਾ ਦੇ ਕਤਲ ਤੋਂ ਬਾਅਦ ਇਹ ਪਹਿਲੀ ਸਟੇਟਮੈਂਟ ਹੈ ਪਰਿਵਾਰ ਦੀ, ਸੁਧੀਰ ਸੂਰੀ ਦੇ ਪਰਿਵਾਰ ਦੀ ਇਹ ਪਹਿਲੀ ਸਟੇਟਮੈਂਟ ਹੈ, ਕਿਉਂਕਿ ਪਰਿਵਾਰ ਇਸ ਸਮੇਂ ਲਾਜ਼ਮੀ ਤੌਰ ਤੇ ਸਦਮੇ ਦੇ ਵਿੱਚ ਹੋਏਗਾ। ਜਿਸ ਤਰੀਕੇ ਨਾਲ ਪੂਰਾ ਘਟਨਾਕ੍ਰਮ ਵਾਪਰਿਆ ਹੈ, 3:30 ਵਜੇ ਦੇ ਕਰੀਬ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਤਾਂ ਬੇਟੇ ਦਾ ਇਹ ਪਹਿਲਾ ਸਟੇਟਮੈਂਟ ਨਿਕਲ ਕੇ ਸਾਹਮਣੇ ਆਇਆ। ਪਰਿਵਾਰ ਦਾ ਪਹਿਲਾ ਸਟੇਟਮੈਂਟ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ, ਮੰਗ ਕਰ ਰਹੇ ਨੇ ਸਰਕਾਰ ਦੇ ਕੋਲ, ਪ੍ਰਸ਼ਾਸਨ ਦੇ ਕੋਲ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸੁਧੀਰ ਸੂਰੀ ਨੂੰ, ਤੇ ਜੇਕਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਪੁਲਿਸ ਇੱਕ ਪਾਸੇ ਜਾਂਚ ਕਰ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਨਿਕਲ ਕੇ ਕੀ ਆਉਂਦਾ ਉਸ ਦੇ ਉੱਤੇ ਨਜ਼ਰ ਹੈ। ਪਰ ਦੂਜੇ ਪਾਸੇ ਸੁਧੀਰ ਸੂਰੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇ ਸੌਂਪੀ ਜਾਵੇਗੀ। ਪਰ ਇਸ ਵਿਚਾਲੇ ਸਵਾਲ ਇਹ ਹੈ ਕਿ ਪਰਿਵਾਰ ਦੀ ਹੁਣ ਮੰਗ ਦੇ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੁਧੀਰ ਸੂਰੀ ਦਾ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਹ ਵੱਡੀ ਖਬਰ ਹੈ ਇਸ ਸਮੇਂ ਦੀ, ਬੇਟੇ ਦਾ ਬਿਆਨ ਸਾਹਮਣੇ ਆ ਗਿਆ। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा दर्जा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा दर्जा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा दर्जा मिलेगा। ਤਾਂ ਪਰਿਵਾਰ ਇਸ ਸਮੇਂ ਮੰਗ ਕਰ ਰਿਹਾ ਹੈ, ਉਹਨਾਂ ਦੇ ਬੇਟੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਮਰਥਕ ਉੱਥੇ ਇਕੱਠੇ ਹੋ ਰੱਖੇ ਨੇ ਔਰ ਇੱਕ ਪਾਸੇ ਗੁੱਸਾ ਵੀ ਹੈ ਤੇ ਦੂਜੇ ਪਾਸੇ ਸਾਫ਼ ਕਰ ਦਿੱਤਾ ਗਿਆ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਜੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੰਸਕਾਰ ਨਹੀਂ ਕੀਤਾ ਜਾਵੇਗਾ। ਇਹ ਪਰਿਵਾਰ ਇਸ ਸਮੇਂ ਮੰਗ ਕਰ ਰਿਹਾ। ਹੁਣ ਪਰਿਵਾਰ ਦੇ ਨਾਲ ਪ੍ਰਸ਼ਾਸਨ ਕੀ ਕੁਝ ਗੱਲਬਾਤ ਕਰਦਾ ਹੈ, ਕਿਉਂਕਿ ਸਵੇਰ ਦੇ ਸਮੇਂ ਹੀ ਪੋਸਟਮਾਰਟਮ ਹੋਏਗਾ ਤੇ ਉਸ ਤੋਂ ਬਾਅਦ, ਕਿਉਂਕਿ ਪੋਸਟਮਾਰਟਮ ਕਰਵਾਉਣ ਦੇ ਲਈ ਵੀ ਪ੍ਰਸ਼ਾਸਨ ਨੂੰ ਪਰਿਵਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਤਾਂ ਪੋਸਟਮਾਰਟਮ ਨੂੰ ਲੈ ਕੇ ਤਾਂ ਪਹਿਲਾਂ ਲਾਜ਼ਮੀ ਤੌਰ ਤੇ ਪਰਿਵਾਰ ਦੀ ਮਨਜ਼ੂਰੀ ਜ਼ਰੂਰੀ ਹੋਏਗੀ ਤੇ ਉਸ ਤੋਂ ਬਾਅਦ ਪਰਿਵਾਰ ਇਸ ਵੇਲੇ ਕਹਿ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਸੰਸਕਾਰ ਨਹੀਂ ਕੀਤਾ ਜਾਵੇਗਾ ਸੁਧੀਰ ਸੂਰੀ ਦਾ ਜਦੋਂ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸੁਧੀਰ ਸੂਰੀ ਦਾ ਬੇਟਾ ਔਰ ਪਰਿਵਾਰ ਇਸ ਸਮੇਂ ਲਾਜ਼ਮੀ ਤੌਰ ਤੇ ਸਦਮੇ ਦੇ ਵਿੱਚ ਹੋਏਗਾ, ਕਿਉਂਕਿ ਜਿਸ ਤਰੀਕੇ ਦਾ ਪੂਰਾ ਘਟਨਾਕ੍ਰਮ ਵਾਪਰਿਆ, ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਵੇਰ ਦੇ ਸਮੇਂ, ਦੁਪਹਿਰ ਦੇ ਸਮੇਂ ਸਭ ਕੁਝ ਠੀਕ ਸੀ, ਪਰ ਇੱਕਦਮ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਜ਼ਰੂਰ ਜਿਹੜੇ ਹਾਲਾਤ ਹੁੰਦੇ ਨੇ ਕਿਸੇ ਫੈਮਿਲੀ ਦੇ ਵਿੱਚ ਉਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤਾਂ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਤੇ ਇਸ ਵਿਚਾਲੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇੱਕ ਵਾਰ ਫਿਰ ਤੋਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਬੇਟੇ ਦਾ ਬਿਆਨ, ਕੀ ਕੁਝ ਕਹਿ ਰਹੇ ਨੇ ਸੁਧੀਰ ਸੂਰੀ ਦੇ ਬੇਟੇ। ਕਰ ਲੈਣਾ शहीदा दर्जा ले ले, शहीदा दर्जा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा दर्जा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा दर्जा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना। शहीदा दर्जा ले ले, शहीदा मिलेगा। संस्कार करना है, नहीं होएगा, नहीं तो नहीं करना। दुनिया की जड़ी मर्जी तोप कड़ी कर लेना।
ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਔਰ ਸੰਸਕਾਰ ਨੂੰ ਲੈ ਕੇ ਕਿਵੇਂ ਪਰਿਵਾਰ ਨੂੰ ਮਨਾਇਆ ਜਾਵੇ, ਪਰ ਫਿਲਹਾਲ ਕਿਉਂਕਿ ਗੁੱਸੇ ਦੇ ਵਿੱਚ ਨੇ ਸੂਰੀ ਦੇ ਰਿਸ਼ਤੇਦਾਰ, ਪਰਿਵਾਰ ਜਾਂ ਸਮਰਥਕ, ਤੇ ਉਹ ਕਹਿ ਰਹੇ ਨੇ ਕਿ ਸੰਸਕਾਰ ਨਹੀਂ ਕੀਤਾ ਜਾਏਗਾ। ਸਿੱਧਾ ਰੁਕ ਕਰਦੇ ਹਾਂ, ਥੋੜੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਜੋ ਮੈਂ ਫਾਈਲਾਂ ਦਾ ਜ਼ਿਕਰ ਕਰ ਰਿਹਾ ਸੀ, ਜਿਹੜੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ, ਉਸ ਦਾ ਅਸੀਂ ਪੂਰਾ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਦੇ ਵਿੱਚ ਕੀ ਕੁਝ ਹੈ। ਪਰ ਉਸ ਤੋਂ ਪਹਿਲਾਂ ਇੱਕ ਵਾਰ ਰੁਕ ਕਰ ਲੈਣੇ ਆ ਰਾਜੀਵ ਦਾ, ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਸਾਡੇ ਨਾਲ ਨੇ। ਰਾਜੀਵ, ਪਰਿਵਾਰ ਦੀ ਫਸਟ ਸਟੇਟਮੈਂਟ, ਗੁੱਸਾ ਵੀ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਕਿੱਥੇ ਹੈ, ਬਾਕੀ ਮੈਂਬਰ ਇਸ ਸਮੇਂ ਕੋਈ ਗੱਲਬਾਤ ਹੋਈ ਹੋਵੇ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਰਾਜੀਵ ਜੀ ਦੇਖੋ ਗੌਰਵ, ਇਸ ਵੇਲੇ ਪੂਰਾ ਪਰਿਵਾਰ ਜੋ ਹੈ ਉਸੇ ਹਸਪੀਟਲ ਦੇ ਵਿੱਚ ਹੈ ਜਿੱਥੇ ਸਿੱਧਾ ਜਦੋਂ ਉਹਨਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਔਰ ਜਾਂਦਿਆਂ ਹੀ ਡਾਕਟਰਾਂ ਵੱਲੋਂ ਜੋ ਹੈ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਸੁਧੀਰ ਸੂਰੀ ਦੀ ਮੌਤ ਹੋ ਚੁੱਕੀ ਹੈ। ਤਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਡੀਜੀਪੀ ਨੇ ਜਿਸ ਤਰ੍ਹਾਂ 90 ਤੁਲੇ ਸ਼ਬਦਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਸਭ ਤੋਂ ਹੁਣ ਵੱਡੀ ਚੁਣੌਤੀ ਪੁਲਿਸ ਦੇ ਲਈ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਜੋ ਹੈ ਉਹ ਸ਼ਾਂਤ ਕੀਤਾ ਜਾਣਾ ਹੈ। ਉਸ ਤੋਂ ਬਾਅਦ ਜੋ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ, ਉਸ ਤੋਂ ਪਹਿਲਾਂ ਪੋਸਟਮਾਰਟਮ ਦੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਹੁਣ ਜਿਹੜੀ ਮੰਗ ਉੱਠੀ ਹੈ ਪਰਿਵਾਰ ਵੱਲੋਂ, ਇਸ ਦਾ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਅੰਦਾਜ਼ਾ ਲੱਗ ਰਿਹਾ ਸੀ ਕਿ ਪਰਿਵਾਰ ਕੋਈ ਵੱਡੀ ਮੰਗ ਸਰਕਾਰ ਦੇ ਅੱਗੇ ਰੱਖ ਸਕਦਾ। ਤਾਂ ਹੁਣ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਜੋ ਹੈ ਉਹ ਦਿੱਤਾ ਜਾਣਾ ਚਾਹੀਦਾ, ਜਦੋਂ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਤੱਕ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰੇਗਾ। ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਫਿਰ ਤੋਂ ਜਿਹੜੀ ਹਲਚਲ ਹੈ ਉਹ ਨਜ਼ਰ ਆ ਰਹੀ ਕਿ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਇੱਕ ਵਾਰ ਫਿਰ ਇੱਥੇ ਪਹੁੰਚੀਆਂ ਨੇ ਔਰ ਥਾਣਾ ਸਦਰ ਦਾ ਇਹ ਇਲਾਕਾ, ਤਾਂ ਡੀਜੀਪੀ ਨੇ ਵੀ ਜ਼ਿਕਰ ਕੀਤਾ ਸੀ ਕਿ ਥਾਣਾ ਸਦਰ ਦੇ ਵਿੱਚ ਹੀ ਧਾਰਾ 302 ਦੇ ਤਹਿਤ ਜੋ ਹੈ ਸੰਦੀਪ ਸਿੰਘ ਸਨੀ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ। ਤਾਂ ਥਾਣਾ ਸਦਰ ਦੀ ਹੀ ਪੁਲਿਸ ਉਸ ਵੇਲੇ ਵੀ ਮੌਕੇ ਤੇ ਮੌਜੂਦ ਸੀ। ਜਿਹੜੇ ਇੰਸਪੈਕਟਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ, ਏਸੀਪੀ ਜੋ ਨੇ ਅੰਮ੍ਰਿਤਸਰ ਨਾਰਥ ਦੇ, ਉਹ ਇੱਥੇ ਪਹੁੰਚੇ ਹੋਏ ਸੀ। ਤਾਂ ਇੱਕ ਵਾਰ ਫਿਰ ਤੋਂ ਜੋ ਹੈ ਇਲਾਕੇ ਨੂੰ ਜੋ ਹੈ ਰੱਸੀਆਂ ਲਗਾ ਕੇ ਬੰਦ ਕੀਤਾ ਜਾ ਰਿਹਾ। ਤਾਂ ਇਸ ਤੋਂ ਇਹ ਲੱਗ ਰਿਹਾ ਕਿ ਜੋ ਪੰਜਾਬ ਦੇ ਡੀਜੀਪੀ ਨੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹ ਸਿੱਧਾ ਅੰਮ੍ਰਿਤਸਰ ਜਾਣਗੇ, ਤਾਂ ਹੁਣ ਅਸੀਂ ਕਹਿ ਸਕਦੇ ਕਿ ਡੀਜੀਪੀ ਕੁਝ ਦੇਰ ਬਾਅਦ ਜੋ ਨੇ ਉਹ ਇੱਥੇ ਪਹੁੰਚ ਸਕਦੇ ਨੇ। ਤਾਂ ਇਸ ਵੇਲੇ ਦੀ ਤੁਸੀਂ ਹਲਚਲ ਦੇਖ ਸਕਦੇ ਹੋ, ਇੱਕ ਵਾਰ ਫਿਰ ਤੋਂ ਉਸ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਜਿਹੜਾ ਕੁਝ ਦੇਰ ਪਹਿਲਾਂ ਖੋਲ ਦਿੱਤਾ ਗਿਆ ਸੀ ਔਰ ਇਸੇ ਹੀ ਥਾਂ ਤੇ ਪੂਰੀ ਜਿਹੜੀ ਘਟਨਾ ਹੈ ਉਹ ਵਾਪਰੀ ਸੀ। ਤਾਂ ਪੁਲਿਸ ਤੋਂ ਜੋ ਵੱਲੋਂ ਇੱਕ ਵਾਰ ਤਾਂ ਪੁਲਿਸ ਜੋ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚ ਤੈਨਾਤ ਹੈ। ਬੈਰੀਕੇਡਿੰਗ ਜਿਹੜੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਔਰ ਇਸ ਬੈਰੀਕੇਡਿੰਗ ਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਇਸ ਪਾਸੇ ਨਾ ਆਉਣ। ਤਾਂ ਕੁਝ ਦੇਰ ਪਹਿਲਾਂ ਦੀ ਜਿਹੜੀ ਤਸਵੀਰ ਅਸੀਂ ਸਾਂਝੀ ਕੀਤੀ ਸੀ ਉਸ ਦੇ ਵਿੱਚ ਲੱਗ ਰਿਹਾ ਸੀ ਕਿ ਸ਼ਾਇਦ ਇਸ ਰਸਤੇ ਨੂੰ ਜੋ ਹੈ ਉਹ ਖਾਲੀ ਕਰ ਦਿੱਤਾ ਗਿਆ, ਪਰ ਇੱਕ ਵਾਰ ਮੁੜ ਤੋਂ ਹਲਚਲ ਨਜ਼ਰ ਆ ਰਹੀ ਹੈ। ਡੀਜੀਪੀ ਜੋ ਨੇ ਉਹ ਕੁਝ ਦੇਰ ਬਾਅਦ ਇੱਥੇ ਪਹੁੰਚਣਗੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ। ਪਰ ਇਸ ਵੇਲੇ ਦੀ ਜਿਹੜੀ ਅਪਡੇਟ ਉਹ ਇਹੀ ਹੈ ਕਿ ਪਰਿਵਾਰ ਹੁਣ ਇਹ ਮੰਗ ਕਰ ਰਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਜਦੋਂ ਤੱਕ ਸਰਕਾਰ ਨਹੀਂ ਦਿੰਦੀ ਤਾਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪੀਸੀਆਰ ਦੀ ਜਿਹੜੀ ਟੀਮ ਹੈ ਇਸ ਇਲਾਕੇ ਦੇ ਵਿੱਚ ਉਸ ਨੂੰ ਵੀ ਤੈਨਾਤ ਕੀਤਾ ਗਿਆ ਔਰ ਰਸਤਾ ਜਿਹੜਾ ਇੱਕ ਵਾਰ ਫਿਰ ਤੋਂ ਆਵਾਜਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ। ਤਾਂ ਡੀਜੀਪੀ ਇੱਥੇ ਪਹੁੰਚ ਕੇ ਪੂਰੇ ਇਸ ਇਲਾਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣਗੇ। ਜਿਹੜੇ ਸੰਬੰਧਿਤ ਅਧਿਕਾਰੀ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਥਾਣਾ ਸਦਰ ਦੇ ਅਧੀਨ ਇਹ ਪੂਰਾ ਇਲਾਕਾ ਆਉਂਦਾ ਔਰ ਥਾਣਾ ਸਦਰ ਦੇ ਜਿਹੜੇ ਇੰਸਪੈਕਟਰ ਨੇ ਉਹ ਉਸ ਵੇਲੇ ਵੀ ਮੌਜੂਦ ਸੀ ਜਦੋਂ ਇਹ ਮੰਦਭਾਗੀ ਘਟਨਾ ਵਾਪਰਦੀ ਹੈ। ਤਾਂ ਇਹ ਉਹ ਦੁਕਾਨ ਹੈ ਜਿਸ ਦਾ ਉਹ ਮਾਲਿਕ ਸੀ ਸੰਦੀਪ ਸਿੰਘ ਸਨੀ ਔਰ ਇੱਥੋਂ ਕੁਝ ਹੀ ਦੂਰੀ ਤੇ ਸਾਹਮਣੇ ਜਿੱਥੇ ਲਾਈਟਾਂ ਨਜ਼ਰ ਆ ਰਹੀਆਂ ਨੇ ਮੰਦਿਰ ਦੇ ਠੀਕ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਸੀ। ਤਾਂ ਜਿਹੜੇ ਉਸ ਵੇਲੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਮੁਤਾਬਕ ਜਿਹੜੇ ਉਸ ਸ਼ਖਸ ਵੱਲੋਂ ਪਹਿਲਾਂ ਉੱਥੇ ਜਾ ਕੇ ਰੇਕੀ ਕੀਤੀ ਗਈ, ਉਸ ਇਲਾਕੇ ਦੇ ਵਿੱਚੋਂ ਕਾਫੀ ਦੇਰ ਘੁੰਮਦਾ ਰਿਹਾ ਔਰ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਉਸ ਵੱਲੋਂ ਦੇ ਦਿੱਤਾ ਜਾਂਦਾ। ਤਾਂ ਇਹ ਤਾਜ਼ਾ ਤਸਵੀਰਾਂ ਉਸ ਥਾਂ ਦੀਆਂ ਨੇ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਸੀ ਔਰ ਤਾਜ਼ਾ ਅਪਡੇਟ ਜਿਹੜੀ ਉਹ ਇਹ ਮਿਲ ਰਹੀ ਹੈ ਕਿ ਹੁਣ ਪਰਿਵਾਰ ਇੱਕ ਵੱਡੀ ਮੰਗ ਦੀ ਜਿੱਦ ਦੇ ਉੱਤੇ ਅੜਿਆ ਹੋਇਆ ਕਿ ਜਦੋਂ ਤੱਕ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਤਾਂ ਇਹ ਇੱਕ ਸਰਕਾਰ ਦੇ ਲਈ ਅਸੀਂ ਕਹਿ ਸਕਦੇ ਕਿ ਵੱਡੀ ਹੋਰ ਇੱਕ ਚੁਣੌਤੀ ਹੈ ਕਿ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਸ਼ਾਂਤ ਕੀਤਾ ਜਾਂਦਾ ਹੈ, ਕਿਉਂਕਿ ਦੂਜੇ ਪਾਸੇ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਗਿਆ। ਉਸ ਬੰਦ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਔਰ ਕੱਲ
ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਹੈ, ਉਹਨਾਂ ਨੇ ਬਿਆਸ ਦੇ ਵਿੱਚ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਕਰਨੀ ਹੈ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਸ ਜ਼ਿਲ੍ਹੇ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨੇ ਪਹੁੰਚਣਾ ਹੈ ਔਰ ਉਸ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਹੁਣ ਡੀਜੀਪੀ ਨੇ ਜੋ ਪੰਜਾਬ ਦੇ ਉਹ ਵੀ ਇਸ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੂਰਾ ਇੱਥੋਂ ਦਾ ਜਾਇਜ਼ਾ ਲੈਣਗੇ। ਸੰਬੰਧਤ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਣੀ ਹੈ। ਜਿੱਥੋਂ ਤੱਕ ਕਾਰਵਾਈ ਦੀ ਗੱਲ ਹੈ ਤਾਂ ਥਾਣਾ ਸਦਰ ਦੇ ਵਿੱਚ ਧਾਰਾ 302 ਦੇ ਤਹਿਤ ਸੰਦੀਪ ਸਿੰਘ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ। ਤਾਂ ਹੁਣ ਪੁਲਿਸ ਕਮਿਸ਼ਨਰ ਦੇ ਨਾਲ ਜਾਂ ਹੋਰ ਜਿਹੜੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਡੀਜੀਪੀ, ਕਿਉਂਕਿ ਹੁਣ ਤੱਕ ਜਿਹੜੀ ਜਾਣਕਾਰੀ ਉਹਨਾਂ ਦੇ ਨਾਲ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਉਸ ਨੂੰ ਤਾਂ ਉਹਨਾਂ ਨੇ ਜੋ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ, ਪਰ ਮੌਕੇ ਤੇ ਪਹੁੰਚਣ ਤੋਂ ਬਾਅਦ ਕਿਉਂਕਿ ਜਦੋਂ ਸਪੌਟ ਤੇ ਜਾ ਕੇ ਜਾਇਜ਼ਾ ਲਿਆ ਜਾਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਫੋਨ ਤੇ ਜਾਂ ਜਦੋਂ ਅਸੀਂ ਕਿਸੇ ਜੋ ਤਾਲਮੇਲ ਕਰਦੇ ਤਾਂ ਉਹ ਕਈ ਵਾਰ ਉਹ ਚੀਜ਼ਾਂ ਸਪਸ਼ਟ ਨਹੀਂ ਹੁੰਦੀਆਂ। ਤਾਂ ਮੰਦਿਰ ਦੇ ਠੀਕ ਬਾਹਰ ਔਰ ਕੁਝ ਦੂਰੀ ਤੇ ਜਿੱਥੇ ਉਸ ਸ਼ਖਸ ਦੀ ਦੁਕਾਨ ਸੀ ਉੱਥੋਂ ਉਹ ਉੱਠ ਕੇ ਉੱਥੇ ਪਹੁੰਚਦਾ ਜਿੱਥੇ ਧਰਨਾ ਚੱਲ ਰਿਹਾ ਸੀ ਔਰ ਉੱਥੇ ਜਾ ਕੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਸੁਧੀਰ ਸੂਰੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਮੌਤ ਤੋਂ ਬਾਅਦ ਇੱਥੇ ਇੱਕਦਮ ਅਫਰਾ ਤਫਰੀ ਦਾ ਮਾਹੌਲ ਬਣਦਾ ਹੈ। ਹਾਲਾਂਕਿ ਹੁਣ ਰਾਤ ਦਾ ਸਮਾਂ ਲੋਕ ਅਕਸਰ ਵੈਸੇ ਜੇਕਰ ਅਮੂਮਨ ਅਸੀਂ ਗੱਲ ਕਰੀਏ ਤਾਂ ਆਮ ਦਿਨਾਂ ਦੇ ਵਿੱਚ ਇੱਥੇ ਕਾਫੀ ਚਹਿਲ ਪਹਿਲ ਨਜ਼ਰ ਆਉਂਦੀ ਸੀ ਜਿਹੜੀ ਕਿ ਅੱਜ ਇਸ ਘਟਨਾ ਤੋਂ ਬਾਅਦ ਨਜ਼ਰ ਨਹੀਂ ਆ ਰਹੀ। ਤਾਂ ਹੁਣ ਪਰਿਵਾਰ ਦੀ ਜਿਹੜੀ ਮੰਗ ਹੈ ਉਸ ਤੇ ਸਰਕਾਰ ਕੀ ਗੌਰ ਕਰਦੀ ਹੈ, ਕੀ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਲਾਜ਼ਮੀ ਤੌਰ ਤੇ ਸਰਕਾਰ ਨੂੰ ਇਸ ਦਰਜੇ ਬਾਰੇ ਹੁਣ ਸੋਚਣਾ ਪਵੇਗਾ ਕਿਉਂਕਿ ਪਰਿਵਾਰ ਦੀ ਮੰਗ ਹੈ। ਨਹੀਂ ਤਾਂ ਪਰਿਵਾਰ ਦਾ ਕਹਿਣਾ ਕਿ ਉਦੋਂ ਤੱਕ ਅਸੀਂ ਸੁਧੀਰ ਸੂਰੀ ਦਾ ਪੋਸਟਮਾਰਟਮ ਵੀ ਨਹੀਂ ਕਰਾਂਗੇ ਤਾਂ ਜੇਕਰ ਪੋਸਟਮਾਰਟਮ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਅੰਤਿਮ ਸੰਸਕਾਰ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ। ਜੀ ਗੌਰਵ।